ਜੇ ਤੁਸੀਂ ਸ਼ੇਅਰ ਮਾਰਕੀਟ ਵਿੱਚ ਇੰਟਰਸਟ ਰੱਖਦੇ ਹੋ ਤਾਂ ਤੁਸੀਂ ਨਿਫਟੀ 50 ਜਾਂ ਸੈਂਸੈਕਸ ਬਾਰੇ ਜ਼ਰੂਰ ਸੁਣਿਆ ਹੋਵੇਗਾ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ ਸਾਡੀ ਲਾਈਫ ਵਿੱਚ ਕਿਵੇਂ ਕੰਮ ਆਉਂਦਾ ਹੈ। ਇਸ ਲਈ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਆਪਾਂ ਨਿਫਟੀ 50 ਅਤੇ ਸੈਂਸੈਕਸ ਨੂੰ ਡਿਟੇਲ ਵਿੱਚ ਤਾਂ ਸਮਝਾਂਗੇ ਹੀ, ਅਤੇ ਨਾਲ ਹੀ ਇਹਨਾਂ 4 ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਪਹਿਲਾ, ਸਟਾਕ ਮਾਰਕੀਟ ਅਤੇ ਇਸ ਦਾ ਇੰਡੈਕਸ ਕੀ ਹੁੰਦਾ ਹੈ। ਦੂਸਰਾ, ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਕੀ ਹੁੰਦਾ ਹੈ। ਤੀਸਰਾ, ਇਹ ਇੰਡੈਕਸ ਸਾਡੇ ਕਿੱਦਾਂ ਕੰਮ ਆਉਂਦਾ ਹੈ। ਅਖੀਰ ਵਿੱਚ ਮੈਂ ਤੁਹਾਨੂੰ ਯੂਸਫੁਲ ਟਿਪਸ ਦੇਵਾਂਗਾ। ਜੇਕਰ ਤੁਸੀਂ ਅੱਜ ਦੇ ਐਪੀਸੋਡ ਨੂੰ ਐਂਡ ਤੱਕ ਦੇਖ ਲਿਆ ਤਾਂ ਤੁਹਾਡੀ ਅਮੀਰ ਬਣਨ ਦੀ ਜਰਨੀ ਬਹੁਤ ਸੌਖੀ ਹੋ ਜਾਵੇਗੀ। ਤਾਂ ਆਓ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਇਹ ਸਟਾਕ ਮਾਰਕੀਟ ਕੀ ਹੁੰਦਾ ਹੈ ਅਤੇ ਇਸ ਦਾ ਇੰਡੈਕਸ ਕੀ ਹੁੰਦਾ ਹੈ। ਸਟਾਕ ਮਾਰਕੀਟ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਕੰਪਨੀਜ਼ ਦੇ ਸ਼ੇਅਰਸ ਨੂੰ ਖਰੀਦ ਅਤੇ ਵੇਚ ਸਕਦੇ ਹੋ। ਇਸ ਗੱਲ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੋਵੇਗਾ। ਇੰਡੀਆ ਵਿੱਚ ਸਟਾਕ ਖਰੀਦਣ ਲਈ ਸਾਡੇ ਕੋਲ 2 ਬਾਜ਼ਾਰ ਹਨ। ਪਹਿਲਾ ਹੈ ਨੈਸ਼ਨਲ ਸਟਾਕ ਐਕਸਚੇਂਜ ਅਤੇ ਦੂਸਰਾ ਬੰਬੇ ਸਟਾਕ ਐਕਸਚੇਂਜ ਯਾਨੀ NSE ਅਤੇ BSE। ਤੁਸੀਂ ਇਸ ਨੂੰ 2 ਵੱਡੇ ਸੁਪਰ ਮਾਰਕੀਟ ਦੀ ਤਰ੍ਹਾਂ ਸਮਝ ਸਕਦੇ ਹੋ ਜੋ ਵੇਚਦੇ ਤਾਂ ਇੱਕੋ ਹੀ ਚੀਜ਼ਾਂ ਹਨ, ਬਸ ਇੱਕ ਕੋਲ ਜ਼ਿਆਦਾ ਵੈਰਾਈਟੀ ਹੈ ਅਤੇ ਦੂਜੇ ਕੋਲ ਘੱਟ। NSE ਵਿੱਚ 1600 ਦੇ ਲਗਭਗ ਕੰਪਨੀਜ਼ ਟ੍ਰੇਡ ਕਰਦੀਆਂ ਹਨ ਅਤੇ BSE ਵਿੱਚ ਅਪਰੋਕਸੀਮੇਟਲੀ 5000 ਕੰਪਨੀਜ਼ ਟ੍ਰੇਡ ਕਰਦੀਆਂ ਹਨ। ਮੰਨ ਲਓ ਕਿ ਤੁਹਾਨੂੰ ਪਤਾ ਕਰਨਾ ਹੈ ਕਿ ਅੱਜ ਮਾਰਕੀਟ ਦਾ ਮੂਡ ਕਿਸ ਤਰ੍ਹਾਂ ਦਾ ਹੈ। ਇਸ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪਵੇਗੀ ਕਿ ਕੱਲ ਇਹਨਾਂ ਕੰਪਨੀਜ਼ ਦਾ ਪ੍ਰਾਈਸ ਕਿੰਨਾ ਸੀ ਅਤੇ ਅੱਜ ਕਿੰਨਾ ਹੈ। ਫਿਰ ਇਸ ਦਾ ਟੋਟਲ ਕਰਨਾ ਹੋਵੇਗਾ। ਫਿਰ ਦੇਖਣਾ ਪਵੇਗਾ ਕਿ ਕੰਪਨੀਜ਼ ਉੱਤੇ ਗਈਆਂ ਜਾਂ ਥੱਲੇ। ਪਰ ਇਹ ਸਭ ਹਰ ਰੋਜ਼ ਕਰਨਾ ਸਿਰਦਰਦੀ ਵਾਲਾ ਕੰਮ ਹੈ। ਇਸ ਲਈ ਸਾਡੇ ਕੋਲ ਇੱਕ ਇੰਡੈਕਸ ਹੁੰਦਾ ਹੈ। ਤੁਸੀਂ ਇਸ ਇੰਡੈਕਸ ਨੂੰ ਦੇਖ ਕੇ ਹੀ ਪਤਾ ਲਗਾ ਸਕਦੇ ਹੋ ਕਿ ਅੱਜ ਮਾਰਕੀਟ ਉੱਤੇ ਗਿਆ ਜਾਂ ਥੱਲੇ, ਮਤਲਬ ਅੱਜ ਲੋਕਾਂ ਦਾ ਮੂਡ ਕਿੱਦਾਂ ਦਾ ਸੀ। ਇੰਡੀਆ ਵਿੱਚ ਲੱਖਾਂ ਛੋਟੇ ਵੱਡੇ ਬਿਜ਼ਨਸ ਗਰੋ ਕਰ ਰਹੇ ਹਨ। ਜੇਕਰ ਤੁਹਾਨੂੰ ਪਤਾ ਲਗਾਉਣਾ ਹੈ ਕਿ ਇਹ ਛੋਟੇ ਵੱਡੇ ਬਿਜ਼ਨਸ ਕਿੱਦਾਂ ਪਰਫਾਰਮ ਕਰ ਰਹੇ ਹਨ ਅਤੇ ਕਿਸ ਰੇਟ ਨਾਲ ਗਰੋ ਹੋ ਰਹੇ ਹਨ, ਤਾਂ ਤੁਸੀਂ ਕਦੀ ਪਤਾ ਲਗਾ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਇੰਡੀਆ ਵਿੱਚ ਹਰ ਛੋਟੇ ਵੱਡੇ ਬਿਜ਼ਨਸ ਵਿੱਚ ਜਾ ਕੇ ਉਹਨਾਂ ਦੀ ਪਰਫਾਰਮੈਂਸ ਚੈੱਕ ਨਹੀਂ ਕਰ ਸਕਦੇ। ਜਾਂ ਤੁਹਾਨੂੰ ਇਹ ਪਤਾ ਲਗਾਉਣਾ ਹੈ ਕਿ ਲਾਕਡਾਊਨ ਵਿੱਚ ਜਾਂ ਕਿਸੇ ਵੀ ਬੁਰੇ ਟਾਈਮ ਵਿੱਚ ਛੋਟੇ ਵੱਡੇ ਬਿਜ਼ਨਸ ਨੇ ਕਿੱਦਾਂ ਪਰਫਾਰਮ ਕੀਤਾ, ਤਾਂ ਤੁਸੀਂ ਇਹ ਸਭ ਨਹੀਂ ਜਾਣ ਸਕਦੇ। ਇਸ ਲਈ ਇਹ ਇੰਡੈਕਸ ਸਾਡੀ ਮਦਦ ਕਰਦਾ ਹੈ ਕਿ ਐਟਲੀਸਟ ਜਿਹੜੀਆਂ ਕੰਪਨੀਜ਼ ਸਟਾਕ ਮਾਰਕੀਟ ਵਿੱਚ ਲਿਸਟਡ ਹਨ, ਅਸੀਂ ਉਹਨਾਂ ਦਾ ਪਤਾ ਲਗਾ ਸਕਦੇ ਹਾਂ ਕਿ ਉਹਨਾਂ ਦਾ ਪ੍ਰਾਈਸ ਕਿੰਨਾ ਵਧਿਆ ਜਾਂ ਘਟਿਆ। ਇਸ ਤਰ੍ਹਾਂ ਇਹ ਇੰਡੈਕਸ ਇੱਕ ਇੰਡੀਕੇਟਰ ਦਾ ਕੰਮ ਕਰਦਾ ਹੈ। ਹੁਣ ਜਾਣਦੇ ਹਾਂ ਕਿ ਨਿਫਟੀ 50 ਅਤੇ ਸੈਂਸੈਕਸ ਕੀ ਹੁੰਦਾ ਹੈ। ਨਿਫਟੀ ਵਰਡ ਨੈਸ਼ਨਲ ਅਤੇ 50 ਦੇ ਕੰਬੀਨੇਸ਼ਨ ਨਾਲ ਬਣਿਆ ਹੈ, ਜੋ ਕਿ ਇੰਡੀਆ ਦੀ ਟੌਪ 50 ਕੰਪਨੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਇਸੇ ਤਰ੍ਹਾਂ ਸੈਂਸੈਕਸ ਵੀ 2 ਸ਼ਬਦਾਂ ਦੇ ਕੰਬੀਨੇਸ਼ਨ ਨਾਲ ਬਣਿਆ ਹੈ, ਸੈਂਸਿਟੀਵਿਟੀ ਅਤੇ ਇੰਡੈਕਸ, ਜੋ ਕਿ ਇੰਡੀਆ ਦੀ ਟੌਪ 30 ਕੰਪਨੀਜ਼ ਨੂੰ ਇੰਡੀਕੇਟ ਕਰਦਾ ਹੈ। ਇਸ ਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਮਾਰਕੀਟ ਦੀ ਸੈਂਸਿਟੀਵਿਟੀ ਬਾਰੇ ਦੱਸਦਾ ਹੈ। ਤੁਸੀਂ ਕਹੋਗੇ ਕਿ ਇਸ ਵਿੱਚ ਤਾਂ ਸਿਰਫ 30 ਕੰਪਨੀਜ਼ ਹੀ ਹਨ, ਤਾਂ ਇਹ ਪੂਰੇ ਮਾਰਕੀਟ ਦੀ ਸੈਂਸਿਟੀਵਿਟੀ ਨੂੰ ਕਿਵੇਂ ਦੱਸ ਸਕਦਾ ਹੈ। ਮਾਰਕੀਟ ਵਿੱਚ ਤਾਂ ਹਜ਼ਾਰਾਂ ਕੰਪਨੀਜ਼ ਹਨ, ਪਰ ਜੇ ਤੁਸੀਂ ਨਿਫਟੀ 50 ਦਾ ਮਾਰਕੀਟ ਕੈਪ ਚੈੱਕ ਕਰੋਗੇ ਤਾਂ ਤੁਸੀਂ ਦੇਖੋਗੇ ਇਹ ਹੈ ਤਾਂ ਸਿਰਫ 50 ਕੰਪਨੀਜ਼, ਪਰ ਇਹ ਪੂਰੇ ਸਟਾਕ ਮਾਰਕੀਟ ਦੀ 50% ਵੈਲਿਊ ਨੂੰ ਕਵਰ ਕਰ ਲੈਂਦੀਆਂ ਹਨ। ਕਹਿਣ ਵਿੱਚ ਤਾਂ ਇਹ ਸਿਰਫ 50 ਕੰਪਨੀਜ਼ ਹੀ ਹਨ, ਪਰ ਵੈਲਿਊ ਦੇ ਅਕੋਰਡਿੰਗ ਇਹ ਬਾਕੀ ਸਾਰੀਆਂ ਕੰਪਨੀਜ਼ ਨਾਲੋਂ ਮਹਿੰਗੀਆਂ ਹਨ, ਕਿਉਂਕਿ ਇਹਨਾਂ ਕੰਪਨੀਜ਼ ਵਿੱਚ ਸਭ ਤੋਂ ਜ਼ਿਆਦਾ ਲਿਕੁਇਡਿਟੀ ਹੈ। ਲਿਕੁਇਡਿਟੀ ਮਤਲਬ ਇਹਨਾਂ ਦੇ ਸ਼ੇਅਰ ਬਹੁਤ ਆਸਾਨੀ ਨਾਲ ਖਰੀਦੇ ਅਤੇ ਵੇਚੇ ਜਾਂਦੇ ਹਨ। ਨਹੀਂ ਤਾਂ ਇਸ ਤਰ੍ਹਾਂ ਦੇ ਬਹੁਤ ਛੋਟੇ-ਮੋਟੇ ਸਟਾਕਸ ਹਨ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਨਹੀਂ ਖਰੀਦ ਸਕਦੇ। ਤੁਹਾਡਾ ਆਰਡਰ ਉੱਥੇ ਹੀ ਲਮਕਿਆ ਰਹਿੰਦਾ ਹੈ, ਮਤਲਬ ਪੈਂਡਿੰਗ ਰਹਿੰਦਾ ਹੈ, ਪਰ ਦੂਜੇ ਪਾਸੇ ਕੋਈ ਬਾਏ ਜਾਂ ਸੈਲ ਕਰਨ ਵਾਲਾ ਹੁੰਦਾ ਹੀ ਨਹੀਂ। ਇਸ ਤੋਂ ਇਲਾਵਾ ਜ਼ਿਆਦਾਤਰ ਮਿਊਚੁਅਲ ਫੰਡਸ, ਡੋਮੈਸਟਿਕ ਇੰਸਟੀਟਿਊਸ਼ਨਲ ਇਨਵੈਸਟਰਸ ਅਤੇ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਇਹਨਾਂ ਕੰਪਨੀਜ਼ ਵਿੱਚ ਹੀ ਇਨਵੈਸਟ ਕਰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 500 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਨਿੰਜਾ ਟੈਕਨੀਕ ਦੱਸੂਗਾ ਜਿਸ ਨਾਲ ਤੁਸੀਂ ਵੀ ਮਲਟੀ ਬੈਗਰ ਗਰੋਥ ਸਟਾਕਸ ਨੂੰ ਸਿਲੈਕਟ ਕਰ ਸਕਦੇ ਹੋ ਅਤੇ ਆਪਣੇ ਪੈਸੇ ਨੂੰ ਗਰੋ ਕਰ ਸਕਦੇ ਹੋ। ਅਸਲ ਵਿੱਚ ਇਹ ਇੱਕ ਪੇਡ ਸਟ੍ਰੈਟਜੀ ਹੈ ਜੋ ਕਿ ਮੈਂ ਤੁਹਾਨੂੰ ਫ੍ਰੀ ਵਿੱਚ ਦੱਸਾਂਗਾ। ਬਹੁਤ ਸਾਰੇ ਲੋਕ ਇਸ ਨੂੰ ਕੋਰਸ ਬਣਾ ਕੇ ਵੇਚਦੇ ਹਨ। ਬਸ ਤੁਸੀਂ 500 ਸਬਸਕ੍ਰਾਈਬਰਸ ਵਾਲਾ ਗੋਲ ਪੂਰਾ ਕਰ ਦੇਵੋ ਤਾਂ ਮੈਂ ਤੁਹਾਨੂੰ ਇਹ ਨਿੰਜਾ ਟੈਕਨੀਕ ਫ੍ਰੀ ਵਿੱਚ ਦੱਸਾਂਗਾ। ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਰਿਲਾਇੰਸ ਕੰਪਨੀ ਸਭ ਤੋਂ ਟੌਪ ਤੇ ਹੈ। ਇਸ ਇੱਕ ਕੰਪਨੀ ਦੇ ਪ੍ਰਾਈਸ ਦੇ ਵਧਣ ਘਟਣ ਨਾਲ ਇਸ ਇੰਡੈਕਸ ਤੇ ਬਹੁਤ ਅਸਰ ਪੈਂਦਾ ਹੈ, ਕਿਉਂਕਿ ਇਸ ਦਾ ਇਕੱਲੇ ਦਾ ਹੀ ਇੰਡੈਕਸ ਵਿੱਚ ਵੇਟੇਜ 10% ਹੈ। ਇਸੇ ਤਰ੍ਹਾਂ ਜੋ ਕੰਪਨੀਜ਼ ਇਸ ਲਿਸਟ ਦੇ ਐਂਡ ਤੇ ਹਨ, ਉਹਨਾਂ ਦੇ ਵਧਣ ਘਟਣ ਨਾਲ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ, ਕਿਉਂਕਿ ਇਸ ਦਾ ਵੇਟੇਜ 1% ਤੋਂ ਵੀ ਘੱਟ ਹੈ। ਇਸ ਇੰਡੈਕਸ ਦੀ ਖਾਸ ਗੱਲ ਇਹ ਹੈ, ਇਸ ਨੂੰ ਹਰ 6 ਮਹੀਨੇ ਬਾਅਦ ਚੈੱਕ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਦੀ ਵੈਲਿਊ ਸਭ ਤੋਂ ਜ਼ਿਆਦਾ ਹੁੰਦੀ ਹੈ, ਉਹਨਾਂ ਕੰਪਨੀਜ਼ ਨੂੰ ਹੀ ਇਸ ਵਿੱਚ ਰੱਖਿਆ ਜਾਂਦਾ ਹੈ। ਸੈਂਸੈਕਸ ਇੰਡੀਆ ਦਾ ਸਭ ਤੋਂ ਪਹਿਲਾ ਇੰਡੈਕਸ ਸੀ, ਜਿਸ ਦੀ ਸ਼ੁਰੂਆਤ 1979 ਵਿੱਚ 100 ਰੁਪਏ ਤੋਂ ਕੀਤੀ ਗਈ ਸੀ। ਤੁਸੀਂ ਇਸ ਦੇ ਪੁਆਇੰਟਸ ਨੂੰ ਇੱਕ ਨੰਬਰ ਹੀ ਕਹਿ ਸਕਦੇ ਹੋ। ਇਹ ਇੰਨਾ ਇੰਪੋਰਟੈਂਟ ਨਹੀਂ ਹੈ, ਪਰ ਇਹ ਕਿੰਨੇ % ਨਾਲ ਉੱਪਰ ਜਾਂ ਥੱਲੇ ਹੁੰਦਾ ਹੈ, ਇਹ ਵੇਖਣਾ ਸਾਡੇ ਲਈ ਜ਼ਰੂਰੀ ਹੈ। ਜਿੰਨੇ % ਨਾਲ ਇਹ ਕੰਪਨੀਜ਼ ਉੱਪਰ ਜਾਂ ਥੱਲੇ ਜਾਣਗੀਆਂ, ਉਸ ਦੀ ਐਵਰੇਜ ਕੱਢ ਕੇ ਹੀ ਇਸ ਇੰਡੈਕਸ ਨੂੰ ਐਡਜਸਟ ਕੀਤਾ ਜਾਂਦਾ ਹੈ। ਸੈਂਸੈਕਸ 100 ਰੁਪਏ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਦੀ ਡੇਟ ਵਿੱਚ ਇਸ ਦੀ ਵੈਲਿਊ 60,000 ਦੇ ਲਗਭਗ ਹੈ, ਮਤਲਬ ਇਸ ਨੇ 600% ਰਿਟਰਨ ਦਿੱਤਾ। ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੰਡੀਆ ਵਿੱਚ ਜੋ ਪੁਰਾਣੀਆਂ ਵੱਡੀਆਂ ਕੰਪਨੀਆਂ ਸਨ, ਉਹ ਜਾਂ ਤਾਂ ਹੋਰ ਵੱਡੀਆਂ ਹੋ ਗਈਆਂ ਹਨ ਜਾਂ ਫਿਰ ਜਿਹੜੀਆਂ ਕੰਪਨੀਜ਼ ਗਰੋ ਨਹੀਂ ਹੋ ਸਕੀਆਂ, ਉਹਨਾਂ ਨੂੰ ਛੋਟੀਆਂ ਕੰਪਨੀਜ਼ ਨੇ ਪਿੱਛੇ ਛੱਡ ਦਿੱਤਾ।
ਹੁਣ ਆਉਂਦੇ ਹਾਂ ਤੁਹਾਡੇ ਦੂਸਰੇ ਕੁਐਸਚਨ ਵੱਲ ਕਿ ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਕੀ ਹੁੰਦਾ ਹੈ। ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਅਸਲ ਵਿੱਚ ਮਾਰਕੀਟ ਕੈਪੀਟਲਾਈਜੇਸ਼ਨ ਦੇ ਹਿਸਾਬ ਨਾਲ ਡਿਸਾਈਡ ਹੁੰਦਾ ਹੈ ਕਿ ਕਿਸੇ ਕੰਪਨੀ ਦਾ ਕਿੰਨਾ ਮਾਰਕੀਟ ਕੈਪੀਟਲਾਈਜੇਸ਼ਨ ਹੈ, ਮਤਲਬ ਸਭ ਕੁਝ ਮਿਲਾ ਕੇ ਕੰਪਨੀ ਦੇ ਪੱਲੇ ਕੀ ਹੈ ਅਤੇ ਉਸ ਦੀ ਮਾਰਕੀਟ ਵਿੱਚ ਵੈਲਿਊ ਕਿੰਨੀ ਹੈ। ਇਸ ਵੈਲਿਊ ਨੂੰ ਕੱਢਣ ਵਾਸਤੇ ਇੱਕ ਫਾਰਮੂਲਾ ਯੂਜ਼ ਕੀਤਾ ਜਾਂਦਾ ਹੈ, ਮਾਰਕੀਟ ਕੈਪ ਇਜ਼ ਇਕੁਅਲ ਟੂ ਸ਼ੇਅਰ ਪ੍ਰਾਈਸ ਮਲਟੀਪਲਾਈ ਨੰਬਰ ਆਫ ਆਊਟਸਟੈਂਡਿੰਗ ਸ਼ੇਅਰਸ। ਜਦੋਂ ਕੰਪਨੀ ਦੇ ਸ਼ੇਅਰ ਪ੍ਰਾਈਸ ਨੂੰ ਉਸ ਦੇ ਸਾਰੇ ਸ਼ੇਅਰਸ ਨਾਲ ਮਲਟੀਪਲਾਈ ਕਰੀਏ ਤਾਂ ਉਸ ਦਾ ਮਾਰਕੀਟ ਕੈਪੀਟਲਾਈਜੇਸ਼ਨ ਮਤਲਬ ਵੈਲਿਊ ਨਿਕਲ ਆਵੇਗੀ। ਮਾਰਕੀਟ ਕੈਪ ਦਾ ਮਤਲਬ ਜੇ ਤੁਸੀਂ ਸਾਰੀ ਕੰਪਨੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੇ ਪੈਸੇ ਦੇਣੇ ਪੈਣਗੇ। ਸੇਬੀ ਯਾਨੀ ਸਿਕਿਉਰਿਟੀਜ਼ ਐਕਸਚੇਂਜ ਬੋਰਡ ਆਫ ਇੰਡੀਆ ਦੇ ਅਕੋਰਡਿੰਗ ਇੰਡੀਆ ਦੀਆਂ ਟਾਪ 100 ਕੰਪਨੀਜ਼ ਨੂੰ ਲਾਰਜ ਕੈਪ ਕਿਹਾ ਜਾਂਦਾ ਹੈ। ਇਸੇ ਤਰ੍ਹਾਂ 101 ਤੋਂ ਲੈ ਕੇ 250 ਤੱਕ ਕੰਪਨੀਜ਼ ਨੂੰ ਮਿਡ ਕੈਪ ਕੈਟਾਗਰੀ ਵਿੱਚ ਪਾਇਆ ਗਿਆ ਹੈ ਅਤੇ 250 ਤੋਂ 500 ਦੇ ਵਿਚਕਾਰ ਆਉਣ ਵਾਲੀਆਂ ਕੰਪਨੀਜ਼ ਨੂੰ ਸਮਾਲ ਕੈਪ ਕਿਹਾ ਜਾਂਦਾ ਹੈ। 500 ਤੋਂ ਥੱਲੇ ਜਿੰਨੀਆਂ ਵੀ ਕੰਪਨੀਜ਼ ਹਨ ਉਹਨਾਂ ਨੂੰ ਮਾਈਕਰੋ ਕੈਪ ਜਾਂ ਨੈਨੋ ਕੈਪ ਮੰਨਿਆ ਜਾਂਦਾ ਹੈ। ਜੇ ਤੁਸੀਂ ਇਹਨਾਂ ਕੰਪਨੀਜ਼ ਨੂੰ ਕੈਟਾਗਰੀ ਵਾਈਜ਼ ਦੇਖਣਾ ਚਾਹੁੰਦੇ ਹੋ ਤਾਂ ਲਾਰਜ ਕੈਪ ਨੂੰ ਨਿਫਟੀ 100 ਨਾਮ ਦੇ ਇੰਡੈਕਸ ਵਿੱਚ ਦੇਖ ਸਕਦੇ ਹੋ। ਮਿਡ ਕੈਪ ਵਾਸਤੇ ਨਿਫਟੀ 150 ਮਿਡ ਕੈਪ ਇੰਡੈਕਸ ਬਣਿਆ ਹੋਇਆ ਹੈ ਅਤੇ ਇਸੇ ਤਰ੍ਹਾਂ ਸਮਾਲ ਕੈਪ ਲਈ ਨਿਫਟੀ 250 ਸਮਾਲ ਕੈਪ ਇੰਡੈਕਸ ਹੈ। ਹੁਣ ਇਸ ਐਪੀਸੋਡ ਦੇ ਇੰਟਰਸਟਿੰਗ ਪਾਰਟ ਵੱਲ ਆਉਂਦੇ ਹਾਂ ਅਤੇ ਜਾਣਦੇ ਹਾਂ ਕਿ ਇਹ ਸੈਂਸੈਕਸ ਅਤੇ ਨਿਫਟੀ 50 ਸਾਡੇ ਕਿੱਦਾਂ ਕੰਮ ਆਵੇਗਾ। ਸਭ ਤੋਂ ਪਹਿਲਾ ਕੰਮ ਇਸ ਦਾ ਇਹ ਹੈ ਕਿ ਇਹ ਸ਼ਾਰਟ ਟਰਮ ਵਿੱਚ ਇਨਵੈਸਟਰਸ ਦੇ ਇਮੋਸ਼ਨਸ ਦਾ ਥਰਮਾਮੀਟਰ ਹੁੰਦਾ ਹੈ। ਜਿਵੇਂ ਕਿ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਕਿੰਨਾ ਬੁਖਾਰ ਹੈ ਤਾਂ ਤੁਸੀਂ ਥਰਮਾਮੀਟਰ ਦੇ ਨਾਲ ਐਗਜ਼ੈਕਟ ਡੇਟਾ ਲੈ ਸਕਦੇ ਹੋ, ਕਿਉਂਕਿ ਨੰਬਰ ਇੱਕ ਇਦਾਂ ਦੀ ਲੈਂਗੁਏਜ ਹੈ ਜਿਸ ਨਾਲ ਸਾਰੇ ਭੁਲੇਖੇ ਨਿਕਲ ਜਾਂਦੇ ਹਨ। ਜਦੋਂ ਤੁਸੀਂ ਦੇਖੋਗੇ ਕਿ ਅੱਜ ਮਾਰਕੀਟ ਉੱਤੇ ਗਿਆ ਜਾਂ ਥੱਲੇ ਗਿਆ ਤਾਂ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਵੇਗਾ ਕਿ ਅੱਜ ਇਨਵੈਸਟਰਸ ਕਿੱਦਾਂ ਦਾ ਫੀਲ ਕਰ ਰਹੇ ਹਨ। ਇਸ ਲਈ ਇਹ ਨਿਫਟੀ 50 ਅਤੇ ਸੈਂਸੈਕਸ ਇਨਵੈਸਟਰਸ ਦੇ ਇਮੋਸ਼ਨਸ ਦਾ ਪੈਰਾਮੀਟਰ ਹੁੰਦਾ ਹੈ, ਪਰ ਇਹ ਇਮੋਸ਼ਨਸ ਸਿਰਫ ਸ਼ਾਰਟ ਟਰਮ ਫਲਕਚੁਏਸ਼ਨਸ ਨੂੰ ਹੀ ਕੰਟਰੋਲ ਕਰ ਸਕਦੇ ਹਨ। ਲੌਂਗ ਟਰਮ ਵਿੱਚ ਰੀਅਲ ਗਰੋਥ ਹੀ ਮੈਟਰ ਕਰਦੀ ਹੈ। ਇਸ ਦਾ ਦੂਸਰਾ ਫਾਇਦਾ ਇਹ ਹੈ ਕਿ ਇਹ ਲੌਂਗ ਟਰਮ ਵਿੱਚ ਇਕਨੋਮੀ ਦੀ ਗਰੋਥ ਬਾਰੇ ਦੱਸਦਾ ਹੈ। ਜਿਵੇਂ ਕਿ ਤੁਸੀਂ ਨਿਫਟੀ 50 ਦਾ ਚਾਰਟ ਦੇਖੋਗੇ ਤਾਂ ਸ਼ਾਰਟ ਟਰਮ ਵਿੱਚ ਬਹੁਤ ਸਾਰੇ ਛੋਟੇ-ਮੋਟੇ ਫਲਕਚੁਏਸ਼ਨਸ ਹੁੰਦੇ ਰਹਿੰਦੇ ਹਨ, ਪਰ ਲੌਂਗ ਟਰਮ ਵਿੱਚ ਇਹ ਹਮੇਸ਼ਾ ਉੱਪਰ ਹੀ ਜਾਂਦਾ ਹੈ। ਇਸ ਦਾ ਰੀਜ਼ਨ ਇਹ ਹੈ ਕਿ ਸਾਡੀ ਕੰਟਰੀ ਦੀ ਇਕਨੋਮੀ ਡਿਵੈਲਪ ਹੋ ਰਹੀ ਹੈ, ਲੋਕ ਚੰਗੇ ਬ੍ਰਾਂਡਸ ਦੇ ਕੱਪੜੇ ਪਾਉਂਦੇ ਹਨ, ਵਧੀਆ ਕੰਪਨੀਆਂ ਵਿੱਚ ਨੌਕਰੀ ਕਰਦੇ ਹਨ ਅਤੇ ਸਾਡਾ ਸਟੈਂਡਰਡ ਆਫ ਲਿਵਿੰਗ ਵੀ ਵੱਧ ਚੁੱਕਾ ਹੈ। ਅੱਜ ਤੋਂ 20-30 ਸਾਲ ਪਹਿਲਾਂ ਜਿਸ ਕੰਡੀਸ਼ਨ ਵਿੱਚ ਸਾਡੇ ਪੇਰੈਂਟਸ ਰਹਿੰਦੇ ਸਨ, ਅਸੀਂ ਉਸ ਨਾਲੋਂ ਜ਼ਿਆਦਾ ਵਧੀਆ ਕੰਡੀਸ਼ਨ ਵਿੱਚ ਰਹਿ ਰਹੇ ਹਾਂ। ਜਦੋਂ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵੱਧਦਾ ਹੈ ਤਾਂ ਲੋਕ ਜ਼ਿਆਦਾ ਕਮਾਉਣ ਦੇ ਨਾਲ-ਨਾਲ ਜ਼ਿਆਦਾ ਖਰਚਾ ਵੀ ਕਰਦੇ ਹਨ, ਜਿਸ ਨਾਲ ਉਹਨਾਂ ਦੀ ਸੈਲਰੀ ਵੱਧਦੀ ਹੈ, ਕੰਪਨੀ ਦਾ ਪ੍ਰੋਫਿਟ ਇਨਕਰੀਜ਼ ਹੁੰਦਾ ਹੈ ਅਤੇ ਜਦੋਂ ਇਦਾਂ ਹੁੰਦਾ ਹੈ ਤਾਂ ਕੰਟਰੀ ਦੀ ਇਕਨੋਮੀ ਦੀ ਗਰੋਥ ਹੁੰਦੀ ਹੈ। ਲੌਂਗ ਟਰਮ ਵਿੱਚ ਇਹ ਇੰਡੈਕਸ ਸਾਨੂੰ ਇਹੀ ਗਰੋਥ ਵਿਖਾਉਂਦਾ ਹੈ। ਜੇ ਤੁਸੀਂ ਅਮਰੀਕਨ ਇੰਡੈਕਸ S&P 500 ਵੇਖੋਗੇ ਤਾਂ 30 ਸਾਲ ਪਹਿਲਾਂ ਇਸ ਵਿੱਚ ਆਇਲ ਐਂਡ ਗੈਸ, ਇੰਸ਼ੋਰੈਂਸ ਅਤੇ ਬੈਂਕਿੰਗ ਕੰਪਨੀਆਂ ਹੁੰਦੀਆਂ ਸਨ, ਪਰ ਅੱਜ ਦੇ ਟਾਈਮ ਵਿੱਚ ਤੁਹਾਨੂੰ ਟੈਕ ਕੰਪਨੀਆਂ ਬਹੁਤ ਜ਼ਿਆਦਾ ਦਿਖਣਗੀਆਂ, ਜਿਵੇਂ ਐਪਲ, ਗੂਗਲ, ਮਾਈਕਰੋਸਾਫਟ ਅਤੇ ਫੇਸਬੁੱਕ। ਇਸ ਲਈ ਸ਼ਾਰਟ ਟਰਮ ਵਿੱਚ ਤਾਂ ਇਹ ਲੋਕਾਂ ਦੇ ਇਮੋਸ਼ਨਸ ਦੇ ਹਿਸਾਬ ਨਾਲ ਹੀ ਚੱਲਦਾ ਹੈ, ਪਰ ਲੌਂਗ ਟਰਮ ਵਿੱਚ ਇਹ ਦੇਸ਼ ਦੀਆਂ ਕੰਪਨੀਆਂ ਦੀ ਗਰੋਥ ਦੇ ਹਿਸਾਬ ਨਾਲ ਚੱਲੇਗਾ। ਬੈਂਜਾਮਿਨ ਗ੍ਰਾਹਮ ਨੇ ਅੱਜ ਤੋਂ 80 ਸਾਲ ਪਹਿਲਾਂ ਬਹੁਤ ਵਧੀਆ ਗੱਲ ਕਹੀ ਸੀ, ਇਨ ਦਾ ਸ਼ਾਰਟ ਰਨ ਦਾ ਸਟਾਕ ਮਾਰਕੀਟ ਇਜ਼ ਏ ਵੋਟਿੰਗ ਮਸ਼ੀਨ ਬਟ ਇਨ ਦਾ ਲੌਂਗ ਰਨ ਇਟ ਇਜ਼ ਏ ਵੇਇੰਗ ਮਸ਼ੀਨ। ਕਿਉਂਕਿ ਸ਼ਾਰਟ ਟਰਮ ਵਿੱਚ ਮੈਜੋਰਿਟੀ ਲੋਕ ਕਿੱਥੇ ਇਨਵੈਸਟ ਕਰਦੇ ਹਨ ਇਹ ਮੈਟਰ ਕਰਦਾ ਹੈ, ਜਿਸ ਕਰਕੇ ਸਟਾਕ ਦੇ ਪ੍ਰਾਈਸ ਵੱਧਦੇ ਅਤੇ ਘਟਦੇ ਹਨ। ਪਰ ਲੌਂਗ ਟਰਮ ਵਿੱਚ ਜ਼ਿਆਦਾ ਪੈਸਾ ਉਹਨਾਂ ਕੰਪਨੀਆਂ ਵਿੱਚ ਹੀ ਹੁੰਦਾ ਹੈ ਜੋ ਜ਼ਿਆਦਾ ਵੈਲਿਊਏਬਲ ਹੁੰਦੀਆਂ ਹਨ, ਮਤਲਬ ਜਿਨ੍ਹਾਂ ਕੰਪਨੀਆਂ ਵਿੱਚ ਦਮ ਹੁੰਦਾ ਹੈ ਅਤੇ ਜੋ ਇਸ ਦੀਆਂ ਹੱਕਦਾਰ ਹਨ। ਜਦੋਂ ਤੁਸੀਂ ਸਟਾਕਸ ਜਾਂ ਮਿਊਚੁਅਲ ਫੰਡਸ ਵਿੱਚ 6 ਮਹੀਨੇ ਜਾਂ 1 ਸਾਲ ਵਾਸਤੇ ਇਨਵੈਸਟ ਕਰਦੇ ਹੋ ਤਾਂ ਤੁਸੀਂ ਇੱਕ ਅਜਿਹਾ ਰਿਸਕ ਲੈ ਰਹੇ ਹੋ ਜਿਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿ ਤੁਹਾਡਾ ਪੈਸਾ ਕਿੰਨਾ ਵਧੇਗਾ, ਕਿਉਂਕਿ ਸ਼ਾਰਟ ਟਰਮ ਵਿੱਚ ਸਟਾਕ ਮਾਰਕੀਟ ਕਿਸੇ ਗਵਰਨਮੈਂਟ ਜਾਂ ਬਿਜ਼ਨਸਮੈਨ ਦੇ ਹੱਥ ਵਿੱਚ ਨਹੀਂ ਹੁੰਦਾ। ਇਹ ਸਭ ਸਾਡੇ ਹੱਥ ਵਿੱਚ, ਮਤਲਬ ਇਨਵੈਸਟਰਸ ਦੇ ਹੱਥ ਵਿੱਚ ਹੁੰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਟਾਕ ਮਾਰਕੀਟ ਵਿੱਚ ਕਿਵੇਂ ਰਿਐਕਟ ਕਰਾਂਗੇ ਇਹ ਤਾਂ ਸਾਨੂੰ ਵੀ ਨਹੀਂ ਪਤਾ। ਜਿਸ ਤਰ੍ਹਾਂ ਇਹ ਪੂਰੀ ਕੰਟਰੀ ਦਾ ਇੰਡੈਕਸ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਸੈਕਟਰ ਸਪੈਸੀਫਿਕ ਇੰਡੈਕਸ ਵੀ ਹੁੰਦੇ ਹਨ, ਜਿਵੇਂ ਕਿ ਨਿਫਟੀ IT ਇੰਡੈਕਸ ਜਿਸ ਵਿੱਚ ਸਿਰਫ IT ਰਿਲੇਟਡ ਕੰਪਨੀਆਂ ਹੀ ਹੁੰਦੀਆਂ ਹਨ, ਨਿਫਟੀ ਆਟੋ ਇੰਡੈਕਸ ਜਿਸ ਵਿੱਚ ਕਾਰ, ਬਾਈਕ ਅਤੇ ਇਹਨਾਂ ਦੇ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਆ ਜਾਂਦੀਆਂ ਹਨ ਅਤੇ ਨਿਫਟੀ FMCG ਇੰਡੈਕਸ ਜਿਸ ਵਿੱਚ ਫੂਡ ਰਿਲੇਟਡ ਕੰਪਨੀਆਂ ਹੁੰਦੀਆਂ ਹਨ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਤੁਸੀਂ ਇਨਵੈਸਟਮੈਂਟ ਕਰਨ ਲਈ ਕੋਈ ਸਟਾਕ ਪਿਕ ਕਰਦੇ ਹੋ ਤਾਂ ਤੁਹਾਨੂੰ ਉਸੇ ਤਲਾਬ ਵਿੱਚ ਜਾਣਾ ਚਾਹੀਦਾ ਹੈ ਜਿੱਥੇ ਬਹੁਤ ਸਾਰੀਆਂ ਮੱਛੀਆਂ ਹਨ, ਨਾ ਕਿ ਉਸ ਤਲਾਬ ਵਿੱਚ ਜਿੱਥੇ ਮੱਛੀਆਂ ਹੈ ਹੀ ਨਹੀਂ। ਇਸ ਇੰਡੈਕਸ ਦਾ ਲਾਸਟ ਬੈਨੀਫਿਟ ਇਹ ਹੈ ਕਿ ਇਸ ਨੂੰ ਇੱਕ ਬੈਂਚਮਾਰਕ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜਿੰਨੇ % ਰਿਟਰਨ ਸਾਨੂੰ ਇੰਡੈਕਸ ਦੇ ਰਿਹਾ ਹੈ, ਜੇ ਤੁਹਾਨੂੰ ਤੁਹਾਡੀ ਇਨਵੈਸਟਮੈਂਟ ਤੇ ਉਹਨਾਂ ਵੀ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਉਹਨਾਂ ਇਨਵੈਸਟਮੈਂਟਸ ਨੂੰ ਰੱਖਣ ਦੀ ਜ਼ਰੂਰਤ ਨਹੀਂ, ਤੁਸੀਂ ਡਾਇਰੈਕਟ ਕੋਈ ਇੰਡੈਕਸ ਖਰੀਦ ਲਵੋ। ਇਸ ਤਰ੍ਹਾਂ ਤੁਸੀਂ ਘੱਟ ਰਿਟਰਨ ਦੇਣ ਵਾਲੇ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਨ ਦੀ ਜਗ੍ਹਾ ਇੰਡੈਕਸ ਫੰਡ ਵਿੱਚ ਇਨਵੈਸਟ ਕਰ ਸਕਦੇ ਹੋ, ਕਿਉਂਕਿ ਇਹ ਦੇਖਿਆ ਗਿਆ ਹੈ ਕਿ 10 ਸਾਲ ਵਿੱਚ ਬਹੁਤ ਹੀ ਘੱਟ ਮਿਊਚੁਅਲ ਫੰਡ ਹੁੰਦੇ ਹਨ ਜੋ ਕਿ ਇਸ ਇੰਡੈਕਸ ਨੂੰ ਆਊਟ ਪਰਫਾਰਮ ਕਰ ਪਾਉਂਦੇ ਹਨ। ਆਉਣ ਵਾਲੇ ਐਪੀਸੋਡਸ ਵਿੱਚ ਤੁਸੀਂ ਇੰਡੈਕਸ ਫੰਡ ਵਰਸਸ ਮਿਊਚੁਅਲ ਫੰਡਸ ਬਾਰੇ ਡਿਟੇਲ ਵਿੱਚ ਜਾਣੋਗੇ। ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ, ਇਨਵੈਸਟਰ ਪੰਜਾਬ, ਅੰਮ੍ਰਿਤਸਰ।